सेवा करत होए ने कामी, जिसको होत प्राप्त स्वामी। गुर सेवा ते सुख उपजै, फिर दुख ना लग्या है। सेवा दे पुरख आए गुरु की बाणी सानू बेअंत ज्ञान बख्शदी है। बहुत सारे प्रमाण सतगुरां दे पुरख आए सानू प्राप्त होंदे ने। ते सिख पंथ दा श्रृंगार बहुत सारियां संस्थावां संप्रदावां ਵੱਖ-ਵੱਖ ਢੰਗ ਦੇ ਨਾਲ ਸੇਵਾ ਦੇ ਵਿੱਚ ਜੁਟੀਆਂ ਹੋਈਆਂ। ਇਸ ਦੇ ਵਿੱਚ ਇੱਕ ਆਪਣੀ ਵਿਲੱਖਣ ਕਾਰਜਸ਼ੈਲੀ ਦੇ ਨਾਲ ਬੜੂ ਸਾਹਿਬ ਦਾ ਜਿਹੜਾ ਨਾਂ ਆ ਉਹ ਬੜੀ ਪ੍ਰਮੁੱਖਤਾ ਦੇ ਨਾਲ ਸਾਹਮਣੇ ਆਉਂਦਾ ਹੈ। ਅਕਾਲ ਅਕੈਡਮੀ ਬੜੂ ਸਾਹਿਬ ਜੋ ਕਿ ਅੱਜ ਤੋਂ ਕਰੀਬ 35 ਸਾਲ ਪਹਿਲਾਂ ਇਸ ਦੀ ਆਰੰਭਤਾ ਹੋਣੀ, ਸਟੈਪ ਬਾਏ ਸਟੈਪ ਉਹ ਕਾਫਲਾ ਅੱਗੇ ਵੱਧਦਾ ਗਿਆ। ਇਹਦੇ ਵਿੱਚੋਂ ਦੋ ਚੀਜ਼ਾਂ ਉੱਭਰ ਕੇ ਜਿਹੜੀਆਂ ਸਾਹਮਣੇ ਆਈਆਂ ਕਿ ਇੱਕ ਬੱਚਿਆਂ ਦੇ ਵਿੱਚ ਸਿੱਖੀ ਭਾਵਨਾ, ਬਾਣੀ ਦਾ ਪਿਆਰ ਸਤਿਕਾਰ ਦੇ ਨਾਲ ਬੈਸਟ ਆਫ ਐਜੂਕੇਸ਼ਨ ਲੈਵਲ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਅਕਾਲ ਅਕੈਡਮੀ ਦਾ ਇਹ ਕਾਫਲਾ ਜਿਹੜਾ ਬੜੀ ਆਪਣੀ ਰਵਾਨਗੀ ਦੇ ਨਾਲ ਅੱਗੇ ਵੱਧ ਰਿਹਾ ਸੀ। ਉਸ ਦੇ ਵਿੱਚ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਮੌਜੂਦਾ ਤੌਰ ਤੇ ਆਪਣੀ ਇਹ ਸਾਰੇ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਨੇ। ਬਾਬਾ ਇਕਬਾਲ ਸਿੰਘ ਜੀ ਸਾਨੂੰ ਚਾਹੇ ਸਰੀਰਕ ਵਿਛੋੜਾ ਦੇ ਗਏ ਨੇ, ਪਰ ਉਹਨਾਂ ਦੀ ਉਸ ਹੈਰੀਟੇਜ ਨੂੰ, ਉਹਨਾਂ ਦੇ ਉਸ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਬਾਬਾ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਬਖਸ਼ੀ ਆ, ਜਿਸ ਨੂੰ ਕਿ ਇਹ ਹੁਣ ਆਪਣੇ ਸਾਰੇ ਜਿੰਨੇ ਸ਼ਰਧਾਲੂ ਕਹਿ ਲਈਏ ਜਾਂ ਬਾਬਾ ਜੀ ਦੇ ਨਿਕਟਵਰਤੀ ਸਾਰੇ ਸਿੰਘ ਉਹਨਾਂ ਦੇ ਨਾਲ ਲੈ ਕੇ ਅੱਗੇ ਵਧਦੇ ਪਏ ਨੇ। ਜਿੱਥੇ ਅਸੀਂ ਗੱਲ ਨੂੰ ਇੱਕ ਬ੍ਰੇਕ ਦਿੱਤੀ ਸੀ, ਉਹ ਬਹੁਤ ਹੀ ਇੱਕ ਅਹਿਮ ਨੁਕਤਾ ਕਿ ਜਦੋਂ ਮੰਗਿਆ ਜਾਂਦਾ ਸੰਗਤ ਕੋਲੋਂ ਜਾਂ ਕਿਸੇ ਕੋਲ ਕੁਝ ਮੰਗਿਆ ਜਾਂਦਾ ਤੇ ਮਨੁੱਖ ਦੀ ਹਉਮੈ ਦੇ ਉੱਤੇ ਸਭ ਤੋਂ ਵੱਡੀ ਸੱਟ ਵੱਜਦੀ ਹੈ। ਬਿਲਕੁਲ ਉਹਨੂੰ ਉਸ ਨਿਰਮਾਣਤਾ ਦੇ ਵਿੱਚ ਲੈ ਕੇ ਚਲੀ ਜਾਂਦੀ ਹੈ, ਕਿਉਂਕਿ ਆਪਾਂ ਚਾਹੇ ਇਹ ਸ਼ਬਦ ਪੜ੍ਹਦੇ ਹਾਂ, ਸੁਣਦੇ, ਸਾਡੇ ਮਨ 'ਚ ਬੜਾ ਇੱਕ ਭਾਵਨਾ ਆਉਂਦੀ ਹੈ ਕਿ ਹਮ ਭੀਖਤ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸੋ ਰੱਬ ਦੇ ਭਿਖਾਰੀ ਆਪਾਂ ਉਸ ਰੂਪ ਦੇ ਵਿੱਚ ਸਾਰੇ ਹਾਂ, ਪਰ ਸੰਗਤ ਕੋਲੋਂ ਜਾਂ ਏਰੀਏ ਦੇ ਲੋਕਾਂ ਦੇ ਕੋਲੋਂ ਕੁਝ ਮੰਗਣਾ, ਉਹਦੇ ਨਾਲ ਫਿਰ ਜਿਵੇਂ ਅਕਸਰ ਤੁਸੀਂ ਗੱਲ ਕੀਤੀ ਹੈ ਕਿ ਬੜੇ ਬੋਲ ਕਬੋਲ ਸਹਾਰਨੇ ਪੈਂਦੇ। ਪਰ ਬਾਬਾ ਜੀ ਨੇ ਇੱਕ ਮੈਕਸਿਮਮ ਜਿਹੜਾ ਲੈਵਲ ਹੁੰਦਾ ਹੈ ਟੈਕਨੀਕਲ ਐਗਰੀਕਲਚਰ ਲਾਈਨ ਦਾ, ਟੈਕਨੀਕਲ ਐਜੂਕੇਸ਼ਨ ਦੇ ਵਿੱਚੋਂ ਜੇ ਆਪਾਂ ਦੇਖੀਏ ਤੇ ਡਾਇਰੈਕਟਰ ਐਗਰੀਕਲਚਰ ਸਟੇਟ ਦਾ ਮੈਕਸਿਮਮ ਉਹਨਾਂ ਦੀ ਇੱਕ ਪੋਜੀਸ਼ਨ ਹੁੰਦੀ ਹੈ। ਉਸ ਲੈਵਲ ਦੇ ਉੱਤੇ ਰਹਿ ਕੇ ਜਿੱਥੇ ਕਿ ਸਾਰੀ ਸਟੇਟ ਨੂੰ ਕਮਾਂਡ ਕਰਦੇ ਸੀ, ਸਾਰੀਆਂ ਸਰਕਾਰੀ ਫੈਸਿਲਿਟੀਜ਼, ਉਸ ਦੇ ਬਾਵਜੂਦ ਵੀ ਇੱਕ ਨਿਰਮਾਣਤਾ ਦੇ ਵਿੱਚ ਰਹਿਣਾ। ਤੇ ਉਸ ਤੋਂ ਬਾਅਦ ਫਿਰ ਜਾ ਕੇ ਜਦੋਂ ਸੰਗਤਾਂ ਦੇ ਕੋਲੋਂ ਇਸ ਕਾਰਜ ਵਾਸਤੇ ਮਦਦ ਮੰਗਣੀ ਸ਼ੁਰੂ ਕੀਤੀ, ਉਹ ਮੈਂ ਸਮਝਦਾ ਕਿ ਬਿਲਕੁਲ ਹੀ ਇੱਕ ਦੂਸਰਾ ਪੱਖ ਸੀ। ਸੋ ਜਿਹੜਾ ਗੱਲ ਤੁਸੀਂ ਨੁਕਤਾ ਸਾਂਝਾ ਕਰਦੇ ਪਏ ਸੀ ਕਿ ਬਾਬਾ ਜੀ ਨੇ ਫਿਰ ਇਹਨੂੰ ਇਸ ਢੰਗ ਦੇ ਨਾਲ ਲਿਆ, ਤੇ ਹੋਰ ਬਾਬਾ ਜੀ ਦਾ ਕੀ ਐਕਸਪੀਰੀਅੰਸ ਸੀ ਇਸ ਚੀਜ਼ ਨੂੰ ਲੈ ਕੇ ਜਦੋਂ ਸ਼ੁਰੂਆਤੀ ਦੌਰ 'ਚ ਵਿਦੇਸ਼ਾਂ 'ਚ ਖਾਸ ਤੌਰ ਤੇ ਗਏ? ਉਹ ਸ਼ੁਰੂਆਤ ਸੀਗੀ ਜੀ। ਵੈਸੇ ਜੇ ਅਸੀਂ ਪੁਰਾਣੀ ਸੰਸਥਾ ਦੀ ਅਸੀਂ ਜੇ ਲੈਗੇਸੀ ਦੇਖੀਏ, ਹਿਸਟਰੀ ਦੇਖੀਏ, ਤੇ ਜਿਸ ਵੇਲੇ ਸੰਤ ਅਤਰ ਸਿੰਘ ਜੀ ਮਹਾਰਾਜ ਉਗਰਾਹੀ ਕਰ ਰਹੇ ਸੀਗੇ ਜੀ ਦਮਦਮਾ ਸਾਹਿਬ ਦਾ ਸਥਾਨ ਬਣਾਉਣ ਵਾਸਤੇ, ਤੇ ਮਹਾਰਾਜ ਸ਼ਿਮਲੇ ਗਏ ਹੋਏ ਸੀਗੇ ਜੀ। ਤੇ ਸ਼ਿਮਲੇ ਉੱਥੇ ਮਹਾਰਾਜਾ ਨਾਭਾ ਵੀ ਆਏ ਤੇ ਮਹਾਰਾਜ ਉੱਥੇ ਉਗਰਾਹੀ ਕਰ ਰਹੇ ਸੀ, ਤੇ ਉਹਨਾਂ ਨੇ ਬਾਬਾ ਬੇਨਤੀ ਕੀਤੀ ਸਤਤ ਸਿੰਘ ਮਹਾਰਾਜ ਨੂੰ, ਮਹਾਰਾਜਾ ਸਾਹਿਬ ਨੇ, ਕਿ ਮਹਾਰਾਜ ਸਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਜਾ ਕੇ ਲੋਕਾਂ ਤੋਂ ਇਸ ਤਰ੍ਹਾਂ ਮੰਗ ਰਹੇ ਹੋ, ਜਿੰਨੇ ਤੁਹਾਨੂੰ ਪੈਸੇ ਚਾਹੀਦੇ ਸਾਨੂੰ ਦੱਸ ਦਿਆ ਕਰੋ, ਅਸੀਂ ਤੁਹਾਨੂੰ ਦੇ ਦਿਆ ਕਰਾਂਗੇ। ਤੇ ਸੰਤ ਜੀ ਮਹਾਰਾਜ ਮੁਸਕਰਾ ਉੱਠੇ, ਕਹਿੰਦੇ ਭਾਈ ਗੁਰੂ ਘਰ ਵਿੱਚ ਇਤਨੀ ਸ਼ਕਤੀ ਹੈ ਕਿ ਜੇ ਲੋੜ ਪੈਣ ਤੇ ਸ਼ਿਮਲੇ ਤੋਂ ਲੈ ਕੇ ਲਾਹੌਰ ਤੱਕ ਸੋਨੇ ਦੀ ਨਹਿਰ ਬਣ ਸਕਦੀ ਹੈ। ਅਸੀਂ ਤੇ ਇੱਥੇ ਆ ਰਹੇ ਹਾਂ ਇਨ ਭੋਲੇ ਭਾਲੇ ਜੀਵਾਂ ਦਾ ਜੀਵਨ ਸਫਲਾ ਕਰਨ ਵਾਸਤੇ, ਇਹਨਾਂ ਦੀ ਕਮਾਈ ਸਫਲੀ ਕਰਨ ਵਾਸਤੇ, ਇਹਨਾਂ ਦਾ ਹਿੱਸਾ ਪਾਉਣ ਵਾਸਤੇ ਦਸਵੇਂ ਪਾਤਸ਼ਾਹ ਦੇ ਸਥਾਨ ਵਿੱਚ ਕੋਈ ਤੋਟ ਨਹੀਂ ਹੈ ਗੁਰੂ ਘਰ ਵਿੱਚ। ਸੋ ਇਹ ਇਸ ਫਿਲਾਸਫੀ ਨਾਲ ਅਸੀਂ ਜੇ ਦੇਖੀਏ ਤੇ ਹੋਰ ਕਦੀ ਫਿਰ ਵਿਚਾਰ ਸਾਂਝੇ ਕਰਾਂਗੇ ਕਿਸ ਤਰ੍ਹਾਂ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ
इतनी इतनी ਉੱਚੀ ਵਿਦਿਆ ਲੈਣ ਤੋਂ ਬਾਅਦ ਇਤਨੀ ਉੱਚੀ ਪੋਸਟਸ ਰੱਖਣ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਮੰਗਤਾ ਬਣ ਕੇ ਆਪਣੇ ਆਪ ਨੂੰ ਉਹਨਾਂ ਨੇ ਆਪਣੀ ਹਉਮੈ ਨੂੰ ਕੰਟਰੋਲ ਕਰਨ ਅਸਲੀ ਸਬਕ ਹੈ ਨਾ ਅਧਿਆਤਮ ਦਾ ਜੀ, ਉਹ ਤਾਂ ਹੀ ਆਉਂਦਾ ਹੈ ਜੇ ਅਸੀਂ ਆਪਣਾ ਹਉਮੈ ਕਾਬੂ ਕਰ ਸਕੀਏ। ਬੇਸਿਕਲੀ ਸਪਿਰਿਚੁਅਲਿਟੀ ਅਧਿਆਤਮ ਦਾ ਤੱਤ ਹੈ ਹਉਮੈ ਨੂੰ ਕਾਬੂ महाराज बाबा इकबाल जी ने तो इसमें मैथमेटिकल इक्वेशन देती है जी, मैन माइनस ईगो इज इक्वल टू गॉड। सो ईगो जो असी काबू करनी है तो इसका ये तरीका है कि जाके मंगना शुरू करिए। बाबा जी ਤੁਹਾਨੂੰ ਦੱਸਦੇ ਸੀਗੇ ਜਦ ਉੱਥੋਂ ਆਉਂਦੇ ਸੀਗੇ ਕਿ ਵੀ ਬੜਾ ਬੋਲ ਕਬੋਲ ਸੁਣਨਾ ਪੈਂਦਾ ਹੈ, ਬੜਾ ਔਖਾ ਲੱਗਦਾ ਹੈ। ਫਿਰ ਉਹ ਕਹਿੰਦੇ ਸੀ ਹੁਣ ਸਮਝ ਆਈ ਕਿ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਕਿਉਂ ਕਿਹਾ ਸੀ ਕਿ ਸਕੂਲ ਬਣਾਓ, ਕਿ ਬਹੁਤ ਸੌਖਾ ਹੁੰਦਾ ਤੁਸੀਂ अपना डेरा बना लो, स्थान बना लो, उसकी बिल्डिंग कंस्ट्रक्शन करी जाओ तो लंगर चला लो, ये सौखा काम होंदा है। जब असी स्कूल खोलिया तो लोगों ने आके सानू शिकायतां करनियां शुरू कीतियां कि तुसी ये कमी है, ये कमी है, वो कमी है। तां जो सानू ठोकर लगती सी हौमे नू, तां समझ आया सीगा कि ये ट्रेनिंग चल रही है। सो ये जड़ा एक नुस्खा है। फिर बाबा जी दसदे सीगे कि भी जब असी इस तरह जाना शुरू किया, मंगते बनना शुरू किया तो हौले हौले इत्थे मंगना शुरू किया हिंदुस्तान विच, फिर बाहर जाके मंगना शुरू किया तो बाबा जी हसदे हुए होंदे सी कि भी हुण ते मैं इंटरनेशनल मंगता बन गया कि गुरु नानक दे घर वास्ते कोई शर्म नहीं है, असी जाके लोगों तो भिख मंग के ये परोपकार के कारज पूरे करने हैं। सो ये जो संस्था खड़ी हुई है इस विच बहुत कंट्रीब्यूशन है सिख संगत की जी। हालांकि जे असी अज की डेट में देखिए कि सानू टोटल जो साडा रेवेन्यू है वो कुछ तो हिंदुस्तान तो सानू डोनेशन आती है, बट मेजर रेवेन्यू साडा जो मॉडल है बेसिकली असी सैल्फ सफिशिएंसी अपने मॉडल करते हैं कि हर इंस्टीट्यूशन सैल्फ सफिशिएंट होए, ताकि फिर असी उस तो बाद बच्चों फ्री बच्चे पढ़ाना शुरू कर दिए, गरीबों के बच्चे पढ़ाना शुरू कर दिए, जोड़े साढ़े पिछड़े वर्ग हैं उन्होंने बच्चों को पढ़ाना शुरू कर दिए, उन्होंने हाई क्वालिटी एजुकेशन दईए, उन्होंने गुरु नाल जोड़िए, फिर साडा वो प्रोजेक्ट शुरू होता है। तो पर तां भी अज की डेट में साडा तकरीबन 3 या 4% रेवेन्यू बाहरली डोनेशन तो आता है। बाकी सारा जो साडा है वो फीस तो आ रहा होंदा है या लोकल साडे जो इत्थे हिंदुस्तान की डोनेशन है उस तो आ रहा होंदा है। दूसरा जो महाराज की बहुत अपार बख्शिश है जी संस्था के उपर, दास कई दफ़ा सोच रहा होंदा है कि भाई ये जो देन दिती है ब्रह्म ज्ञानी बाबा इकबाल सिंह जी ने संस्था के उपर कि बहुत सारे डिवोटेड लोग सेवादार नाल जोड़ देते हैं जो कि कंप्लीटली सैल्फलैस हैं। और इसका यही कारण है कि जड़ी साड़ी एडमिनिस्ट्रेटिव कॉस्ट है आम किसी NGO दी 30, 40, 50 ईवन 60% जो रेवेन्यू आता है वो एडमिनिस्ट्रेशन लग जाता है। सिर्फ 30% या 40% या 50% पैसा खर्च होता है परोपकार विच। इस संस्था का यूनीक फीचर ये है कि ऑलमोस्ट 98% साडा खर्चा परोपकार लग रहा है, केवल 1 या 2% असी एडमिनिस्ट्रेटिव कॉस्ट विच जड़े कि टू मैनेज द अफेयर्स, क्योंकि रीज़न ये है कि बहुत सारे जड़े कि फुल टाइम वॉलंटियर्स इत्थे लगे हुए हैं बिल्कुल मर जीवड़े जिन्हां दा अपना उन्होंने खुशी इस गल दी है कि किस तरह परोपकार असी कर सकीए। सो ये एक यूनीक फीचर है इस साडे संस्था के जो मॉडल है जिसने इसनों सानू इतनी छोटे टाइम विच आप जी देखो ना जी 6 बच्चे 1986 और अज 35 सालों विच 60,000 70,000 बच्चा जो पढ़ रहे हैं, इतना ग्रोथ हो जाना एक अजूबा ही है जी। बिल्कुल। मैं तो पहले जो शुरुआत ही की सी तुहाडे नाल जो एपीसोड दी उदों मेरे मन च भी यही गल आई कि अपने आप च चमत्कार है या मिरेकल इनू, क्योंकि बहुत सारा समा तो मैं भी बचपन तो लैके जां 90 तो असी इस चीज़ को ज़्यादा नेड़े देखना शुरू किया, बाद जिदा जिदा अकैडमीज़ भी पंजाब च बनिया, पर खास तौर पर जो एकदम जो बड़ा बूस्ट जो पिछले मैनूं लगता कि 12 या 15 सालों के विच आया कि हुण तां 100 तो उपर 129 के अकैडमीज़ बन गई, फिर यूनीवर्सिटी अकाल यूनीवर्सिटी बनी,
ਸੋ ਇਹ ਸਾਰਾ ਕੁਝ ਇਹਦੇ ਵਿੱਚ ਮੈਂ ਸਮਝਦਾ ਕਿ ਰੱਬ ਦੀ ਚਮਤਕਾਰ ਤੋਂ ਬਗੈਰ ਹੋ ਨਹੀਂ ਸਕਦਾ, ਜਿੰਨਾ ਚਿਰ ਉਹ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਵੀ ਹੈ ਨਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਸੋ ਕੁਛ ਐਸੀ ਇਮੈਂਸ ਪਾਵਰ ਜਿਹੜੀ ਹੈ, ਵੱਡੀ ਸ਼ਕਤੀ, ਮੈਨੂੰ ਲੱਗਦਾ ਕਿ ਉਹਨੇ ਜਿਹੜੇ ਤੁਸੀਂ ਵਲੰਟੀਅਰਸ ਦੀ ਵੀ ਗੱਲ ਕਰ ਰਹੇ ਹੋ, ਫੁੱਲ ਟਾਈਮ ਵਲੰਟੀਅਰਸ ਤੇ ਜਿਹਨਾਂ ਨੂੰ ਸੋਚ ਹੀ ਇੱਕੋ ਜਨੂਨ ਹੈ, ਤੇ ਇਹ ਮੈਂ ਸਮਝਦਾ ਆਪਣੇ ਆਪ 'ਚ ਇੱਕ ਬੜੀ ਕਮਾਲ ਦੀ ਗੱਲ ਹੈ। ਜੀ ਹੁਣ ਜਿਹੜਾ ਪਹਿਲਾਂ ਤਾਂ ਜਿਵੇਂ ਆਪ ਜੀ ਨੇ ਗੱਲ ਕੀਤੀ, ਹਰ ਸਾਲ ਇੱਕ ਅਕੈਡਮੀ ਬਣਦੀ ਸੀ, ਏਦਾਂ ਸ਼ੁਰੂ ਹੋ ਗਿਆ, ਤੇ ਬਾਅਦ 'ਚ ਜਿਹੜੀ ਤੇਜ਼ੀ ਆਈ ਹੈ ਇੱਕਦਮ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਸ ਢੰਗ ਦੇ ਨਾਲ ਉਹਨੂੰ ਕਿਵੇਂ ਮੈਨੇਜ ਕੀਤਾ ਕਿ ਇੱਕਦਮ ਬਹੁਤ ਸਾਰੀਆਂ ਸੰਸਥਾਵਾਂ ਖੜੀਆਂ ਹੋ ਗਈਆਂ ਅਕੈਡਮੀ ਜਿਹੜੀ? ਇਸ ਦਾ ਜੀ ਦੋ ਸਾਡੇ ਜਿਹੜੇ ਹੋਏ ਜੀ ਇਵੈਂਟਸ। ਪਹਿਲਾ ਕਿ ਬਾਬਾ ਜੀ ਨੂੰ ਆ ਕੇ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੱਚਿਆਂ ਨੂੰ ਤੁਸੀਂ 12ਵੀਂ ਤੱਕ ਪੜ੍ਹਾ ਦਿੰਦੇ ਹੋ, ਉਸ ਤੋਂ ਬਾਅਦ ਇੱਕ ਉਹਨਾਂ ਨੂੰ ਯੂਨੀਕ ਐਨਵਾਇਰਨਮੈਂਟ ਤੁਸੀਂ ਦਿੱਤਾ ਹੋਇਆ ਇੱਥੇ ਬੱਚੇ ਨੂੰ। ਜਦੋਂ ਬੱਚਾ ਨਿਕਲ ਕੇ ਬਾਹਰ ਨਿਕਲਦਾ ਹੈ ਔਰ ਬਾਕੀ ਆਮ ਸਕੂਲਾਂ ਆਮ ਯੂਨੀਵਰਸਿਟੀਆਂ ਵਿੱਚ ਜਾਂਦਾ ਹੈ ਤਾਂ ਉਸਨੂੰ ਸਟਰਗਲ ਕਰਨੀ ਪੈਂਦੀ ਹੈ ਕਿ ਉੱਥੇ ਹੋਰ ਤਰ੍ਹਾਂ ਦਾ ਸਾਰਾ ਵਾਤਾਵਰਨ ਹੈ, ਅਤੇ ਅਜੇ ਉਹ ਪੂਰੀ ਤਰ੍ਹਾਂ ਬੱਚਾ ਤਿਆਰ ਨਹੀਂ ਹੁੰਦਾ ਸੋਸਾਇਟੀ ਨੂੰ ਫੇਸ ਕਰਨ ਵਾਸਤੇ। ਸੋ ਤੁਸੀਂ ਹਾਇਰ ਐਜੂਕੇਸ਼ਨ ਦੀ ਇੰਸਟੀਟਿਊਸ਼ਨ ਤੁਹਾਨੂੰ ਬਣਾਉਣੀ ਚਾਹੀਦੀ। ਸੋ ਅਸੀਂ ਫਿਰ ਬਾਬਾ ਜੀ ਨੇ ਕਿਹਾ ਵੀ ਠੀਕ ਹੈ ਦੇਖੋ ਇਸ ਨੂੰ, ਅਤੇ 2006 ਦੀ ਗੱਲ ਹੈ ਕਿ ਅਸੀਂ ਇੱਥੇ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜੀ ਬੜੂ ਸਾਹਿਬ ਜੀ। ਉਸ ਤੋਂ ਬਾਅਦ ਅਸੀਂ ਜਦ ਇੱਕ ਵਾਰੀ ਬਾਬਾ ਜੀ ਨੇ ਸਾਨੂੰ ਬਾਹਰ ਭੇਜਿਆ USA ਦੇ ਦੌਰੇ 'ਤੇ, ਮੈਨੂੰ ਅਤੇ ਡਾਕਟਰ ਨੀਲਮ ਨੂੰ, ਕਿ ਵੀ ਜਾ ਕੇ ਉੱਥੇ ਦੇਖ ਕੇ ਆਓ ਕਿ ਉੱਥੇ ਐਜੂਕੇਸ਼ਨ ਇੰਸਟੀਟਿਊਸ਼ਨ ਕਿਵੇਂ ਚਲਾਉਂਦੇ ਆ ਉਹ। ਸੋ ਉੱਥੇ ਜੋ ਸਾਡੇ ਪਹਿਲੇ ਵਾਈਸ ਚਾਂਸਲਰ ਬਣੇ ਬਾਅਦ ਦੇ ਵਿੱਚ ਇਟਰਨਲ ਯੂਨੀਵਰਸਿਟੀ ਦੇ ਡਾਕਟਰ ਅਤਵਾਲ, ਬਾਬਾ ਜੀ ਦੇ ਬਹੁਤ ਸੇਵਕ ਰਹੇ ਹੈਗੇ, ਉਹ ਵੀ 89 ਤੋਂ ਬਾਬਾ ਜੀ ਨਾਲ ਜੁੜੇ ਹੋਏ ਹੈਗੇ, ਮੇਰੀਲੈਂਡ 'ਚ ਰਹਿੰਦੇ ਸੀਗੇ, ਹੁਣ ਉਹ ਸ਼ਿਫਟ ਕਰ ਗਏ ਹੈ ਵੈਸਟ ਵੱਲ। ਅਤੇ ਉਹਨਾਂ ਨੇ ਸਾਡਾ ਟੂਰ ਬਣਾ ਦਿੱਤਾ ਜੀ, 17-18 ਯੂਨੀਵਰਸਿਟੀਆਂ USA ਦੀ ਸਾਨੂੰ ਲੈ ਗਏ, ਸਿਰਫ ਐਕਸਪੋਜ਼ਰ ਦੇਣ ਵਾਸਤੇ ਕਿ ਵੀ ਇੱਥੇ ਕੀ ਇਹਨਾਂ ਦਾ ਵਾਤਾਵਰਨ ਹੈ ਅਤੇ ਕੀ ਹੈਗਾ। ਅਤੇ ਫਿਰ ਕਹਿੰਦੇ ਵੀ ਉੱਥੇ ਤੁਸੀਂ ਜਿਹੜਾ ਕਾਲਜ ਖੋਲ੍ਹਿਆ ਉਹ ਕਾਫੀ ਨਹੀਂ, ਯੂਨੀਵਰਸਿਟੀ ਖੋਲ੍ਹੋ। ਸਾਨੂੰ ਡਾਕਟਰ ਅਤਵਾਲ ਨੇ ਕਿਹਾ, ਅਤੇ ਅਸੀਂ ਕਿਹਾ ਬਈ ਤਾਂ ਹੀ ਅਸੀਂ ਖੋਲਾਂਗੇ ਜੇ ਤੁਸੀਂ ਆ ਕੇ ਯੂਨੀਵਰਸਿਟੀ ਸੰਭਾਲੋ ਜੀ। ਸੋ ਹੀ ਸੈਟ ਕਿ ਠੀਕ ਹੈ ਜੇ ਬਾਬਾ ਜੀ ਵੀ ਹੁਣ ਆਦੇਸ਼ ਦੇਣਗੇ ਤਾਂ ਮੈਂ ਜ਼ਰੂਰ ਆ ਜਾਵਾਂਗਾ। ਸੋ ਉਹ ਫਿਰ ਆਏ ਇੱਥੇ, ਅਤੇ ਉਹਨਾਂ ਨੇ ਇਹ ਇਟਰਨਲ ਯੂਨੀਵਰਸਿਟੀ ਸ਼ੁਰੂ ਕੀਤੀ ਜੀ। 2007-08 ਦੀ ਗੱਲ ਹੈ ਕਿ ਇਹ ਯੂਨੀਵਰਸਿਟੀ ਸ਼ੁਰੂ ਹੋਈ। ਹੁਣ ਯੂਨੀਵਰਸਿਟੀ ਸ਼ੁਰੂ ਕਰਨ ਵਾਸਤੇ ਬਹੁਤ ਪੈਸੇ ਦੀ ਲੋੜ ਪੈ ਗਈ ਜੀ। ਫਿਰ ਦੂਸਰਾ ਜੋ ਹੋਇਆ ਕਿ ਸੰਗਤਾਂ ਨੇ ਆ ਕੇ ਫਿਰ ਬਾਬਾ ਜੀ ਨੂੰ ਦੇਣ ਲੱਗ ਪਏ, ਬੇਨਤੀਆਂ ਕਰਨ ਲੱਗ ਪਏ ਕਿ ਮਹਾਰਾਜ ਸਾਡੇ ਇੱਥੇ ਵੀ ਸਕੂਲ ਖੋਲ੍ਹੋ, ਸਾਡੇ ਇੱਥੇ ਵੀ ਸਕੂਲ ਖੋਲ੍ਹੋ। ਸਾਡਾ ਫਾਈਨੈਂਸ਼ੀਅਲ ਸਟੇਟਸ ਨਹੀਂ ਸੀਗਾ ਕਿ ਅਸੀਂ ਇਤਨੀ ਤੇਜ਼ੀ ਨਾਲ ਸਕੂਲ ਖੋਲ੍ਹਦੇ। ਅਤੇ ਮੈਨੂੰ ਡਿਸਟਿੰਕਟਲੀ ਯਾਦ ਹੈ ਜੀ ਕਿ ਇੱਕ ਦਿਨ ਰਾਤ ਨੂੰ ਤਕਰੀਬਨ 11 ਵਜੇ ਮੈਨੂੰ ਚਰਨਜੀਤ ਭੈਣ ਜੀ ਬੁਲਾਉਣ ਆਏ ਕਿ ਬਾਬਾ ਜੀ ਯਾਦ ਕਰ ਰਹੇ ਹੈਗੇ, ਅਤੇ ਮੈਂ ਕਿਹਾ ਸੁੱਖ ਤਾਂ ਹੈ, ਇਸ ਟਾਈਮ ਕਿਉਂ ਯਾਦ ਬੁਲਾ ਲਿਆ ਹੈ? ਅਤੇ ਕਹਿੰਦੇ ਬਈ ਕਿਤਨੇ ਸਕੂਲ ਹੈਗੇ? ਅਤੇ ਦਾਸ ਨੇ ਕਿਹਾ ਹੱਥ ਬੰਨ੍ਹ ਕੇ ਕਿ ਮਹਾਰਾਜ 17 ਸਕੂਲ ਹੈਗੇ। ਅਤੇ ਕਹਿੰਦੇ ਜਿਸ ਪੇਸ ਨਾਲ ਬੱਚੇ ਪੰਜਾਬ ਦੇ ਐਡਿਕਟ ਹੋ ਰਹੇ ਹਨ ਔਰ ਜਿਸ ਪੇਸ 'ਤੇ ਤੁਸੀਂ ਸਕੂਲ ਖੋਲ੍ਹ ਰਹੇ ਹੋ, ਮੈਚ ਨਹੀਂ ਕਰ ਰਿਹਾ। ਪ੍ਰੋਬਲਮ ਮੈਕਰੋ ਲੈਵਲ ਦੀ ਹੈ, ਤੁਸੀਂ ਉਸ ਨੂੰ ਮਾਈਕਰੋ ਲੈਵਲ 'ਤੇ ਐਡਰੈਸ ਕਰ ਰਹੇ ਹੋ। ਦਾਸ ਇਸ਼ਾਰਾ ਤਾਂ ਸਮਝ ਗਿਆ, ਪਰ ਫਾਈਨੈਂਸ਼ੀਅਲ ਸਟੇਟਸ ਵੀ ਦਾਸ ਨੂੰ ਪਤਾ ਸੀ। ਸੋ ਹਿੰਮਤ ਨਹੀਂ ਪਈ ਅੱਗੇ ਕੁਛ ਵੀ ਗੱਲ ਕਰਨ ਦੀ। ਮੈਂ ਚੁੱਪ ਬੈਠਾ ਰਿਹਾ ਸੀ ਥੱਲੇ ਕਰਕੇ। ਥੋੜ੍ਹੀ ਦੇਰ ਬਾਅਦ ਬਾਬਾ ਜੀ ਨੇ ਫਿਰ ਦਾਸ ਨੂੰ ਭੇਜਤਾ। ਅਗਲੇ ਦਿਨ ਸ਼ਾਮ ਨੂੰ ਫਿਰ ਬੁਲਾ ਲਿਆ ਕਿ ਵੀ ਕੀ ਵਿਚਾਰ ਕੀਤੀ ਹੈ। ਦਾਸ ਚੁੱਪ ਰਿਹਾ, ਅਤੇ ਕਹਿੰਦੇ ਕਿ ਸਕੂਲ ਹੋਰ ਖੋਲ੍ਹਣ ਬਾਰੇ ਕੀ ਸੋਚਿਆ? ਅਤੇ ਮੈਂ ਕਿਹਾ ਮਹਾਰਾਜ ਮਾਇਆ ਦਾ ਮੁਸ਼ਕਿਲ ਲੱਗ ਰਿਹਾ ਹੈ, ਕਿਉਂਕਿ ਅਸੀਂ ਬੜੀ ਮੁਸ਼ਕਿਲ ਨਾਲ ਜੋ ਖਰਚੇ ਅਸੀਂ ਪਲਾਨ ਕੀਤੇ ਹੋਏ ਸੀ। ਸਕੂਲ ਹਰ ਸਾਲ ਸਕੂਲ ਦੀ ਇੱਕ ਕਲਾਸ ਵੱਧਦੀ ਸੀਗੀ। ਸਾਨੂੰ ਹਰ ਨਵੇਂ ਸਕੂਲ 'ਚ 5-6 ਕਮਰੇ ਹਰ ਸਾਲ ਬਣਾਉਣੇ ਪੈਂਦੇ ਸੀਗੇ। 17 ਸਕੂਲ ਸੀਗੇ, ਮਤਲਬ 100 ਕਮਰਾ ਸਾਨੂੰ ਸਕੂਲਾਂ 'ਚ ਬਣਾਉਣਾ ਪੈਂਦਾ ਸੀਗਾ। ਇੱਥੇ ਵੀ ਡਿਵੈਲਪਮੈਂਟ ਹੋ ਰਹੀ ਸੀ, ਯੂਨੀਵਰਸਿਟੀ ਦੀ ਵੀ ਹੋ ਰਹੀ ਸੀ। ਸੋ ਬਹੁਤ ਫਾਈਨੈਂਸ਼ੀਅਲ ਸਟ੍ਰੇਨ 'ਚੋਂ ਅਸੀਂ ਉਸ ਟਾਈਮ ਲੰਘ ਰਹੇ ਸੀ। ਉਸ ਫਾਈਨੈਂਸ਼ੀਅਲ ਸਟ੍ਰੇਨ ਦੇ ਲੰਘਦੇ ਹੋਏ ਮਹਾਂਪੁਰਸ਼ਾਂ ਦੀ ਸੋਚ, ਉਹ ਪਰਉਪਕਾਰ ਦੀ ਵਿਸ਼ਾਲ ਸੋਚ ਸੀ ਜੀ। ਇਹੀ
ਇੱਕ ਰੀਜ਼ਨ ਹੈ ਸਾਡੀ ਗਰੋਥ ਦਾ, ਜੋ ਮਹਾਂਪੁਰਸ਼ਾਂ ਦੀ ਸੋਚ ਸੀਗੀ ਨਾ ਜੀ, ਜਿਸ ਨੂੰ ਅਸੀਂ ਕਹਿੰਦੇ ਹਾਂ ਜੀ ਇੰਗਲਿਸ਼ ਔਡੇਸ਼ੀਅਸ ਅਪਰੋਚ। ਤੇ ਕਹਿੰਦੇ ਵੀ ਹੁਣ ਤੱਕ ਮਾਇਆ ਕਿੱਥੋਂ ਆਈ? ਮੈਂ ਕਿਹਾ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ। ਕਹਿੰਦੇ ਗੁਰੂ ਦੇ ਰਿਹਾ ਨਾ। ਕਹਿੰਦੇ ਫਿਰ ਤੁਸੀਂ ਸੋਚੋ ਵਿਚਾਰੋ ਤਾਂ ਗੁਰੂ ਦੇਗਾ, ਇਸ ਤੇ ਭਰੋਸਾ ਰੱਖੋ। ਇਹ ਸੁਣਨਾ ਤੇ ਸੌਖਾ ਹੁੰਦਾ ਜੀ, ਪਰ ਉਹ ਵਿਸ਼ਵਾਸ ਕਰ ਲੈਣਾ ਕਿ ਮਹਾਂਪੁਰਸ਼ਾਂ ਦਾ ਇਹ ਆਦੇਸ਼ ਹੋ ਗਿਆ ਹੈ ਤੇ ਇਹ ਆਪੇ ਪੈਸਾ ਆ ਜਾਏਗਾ, ਔਖਾ ਹੋ ਜਾਂਦਾ ਜੀ। ਦਾਸ ਫਿਰ ਚੁੱਪ ਰਿਹਾ। ਫਿਰ ਤੀਜੇ ਦਿਨ ਫਿਰ ਬੁਲਾਇਆ ਮਹਾਰਾਜ ਨੇ, ਨਾਲ ਭਾਈ ਜਗਜੀਤ ਸਿੰਘ ਕਾਕਾ ਵੀ ਉਹਨਾਂ ਨੂੰ ਵੀ ਬੁਲਾ ਲਿਆ। ਤੇ ਉਹਨਾਂ ਨੂੰ ਕਹਿੰਦੇ ਕਿ ਵੀ ਇਹ ਮੈਂ ਥੋੜ੍ਹਾ ਘਬਰਾਉਂਦਾ ਹੈ ਦਵਿੰਦਰ ਸਿੰਘ ਕਿ ਪੈਸੇ ਨਹੀਂ ਹੈਗੇ ਤੇ ਸਕੂਲ ਖੋਲ੍ਹਣਾ। ਮੈਂ ਕਹਿੰਦੀ ਮਹਾਰਾਜ ਘਬਰਾਉਂਦਾ ਨਹੀਂ, ਆਪ ਜੀ ਆਦੇਸ਼ ਹੈ ਉਸ ਤਰ੍ਹਾਂ ਹੀ ਕਰਾਂਗੇ। ਫਿਰ ਕਹਿੰਦੇ ਕਿ ਫਿਰ ਦੱਸੋ ਕੀ ਪਲਾਨ ਬਣਾਓਗੇ? ਮੈਂ ਕਿਹਾ ਮਹਾਰਾਜ ਕਿੰਨੇ ਸਕੂਲ ਖੋਲ੍ਹਣੇ ਹਨ? ਕਹਿੰਦੇ ਇਸ ਸਾਲ 40 ਸਕੂਲ ਖੋਲ੍ਹ ਲਓ। ਪਹਿਲਾਂ ਇੰਨੇ ਟੈਨੇ ਉਹ 'ਚ 17 ਨੇ ਤੇ ਇਸ ਸਾਲ 40 ਖੋਲ੍ਹ। ਇਸ ਸਾਲ 40 ਖੋਲ੍ਹ ਲਓ। ਸੋ ਉਦੋਂ ਤੱਕ ਤਾਂ ਮਾਡਲ ਸੀਗਾ ਕਿ ਬਈ ਅਸੀਂ ਜੋ ਕਿਸਾਨ ਸਾਨੂੰ ਆਪਣੇ ਸਾਡੇ ਸੇਵਕ ਜਿਹੜੇ ਸੀਗੇ ਮਹਾਰਾਜ ਦੇ ਪਿੰਡਾਂ 'ਚ ਜੋ ਜ਼ਮੀਨ ਦਿੰਦੇ ਸੀ ਤਾਂ ਸਕੂਲ ਖੋਲ੍ਹਦੇ ਸੀਗੇ। ਇੱਕ ਸਾਲ ਵਿੱਚ 40 ਇਕੱਠੇ ਖੋਲ੍ਹਣੇ, ਜ਼ਮੀਨਾਂ ਵੀ ਨਹੀਂ ਸਾਡੇ ਕੋਲ ਹੈਗੀਆਂ, ਜਾ ਕੇ ਰੈਕੀ ਕਰਨਾ, ਕਿੱਥੇ ਕੋਈ ਦੇਣਾ ਚਾਹੁੰਦਾ ਜ਼ਮੀਨ। ਤੇ ਅਸੀਂ ਕੁਛ ਫਿਰ ਜਗ੍ਹਾ 'ਤੇ ਜ਼ਮੀਨਾਂ ਖਰੀਦੀਆਂ ਵੀ ਆਪਣੇ ਆਪ, ਕਿਉਂ ਆਦੇਸ਼ ਹੋ ਗਿਆ ਮਹਾਰਾਜ ਦਾ ਕਿ ਖੋਲ੍ਹਣੇ ਹੈ। ਇੱਕ ਸਕੂਲ ਖੋਲ੍ਹਣਾ ਹੋਏ ਤਾਂ ਬਹੁਤ ਵਿਚਾਰ ਕਰਨੀ ਪੈਂਦੀ ਹੈ ਜੀ। ਆਪ ਜੀ ਇਮੈਜਿਨ ਕਰ ਸਕਦੇ ਹੋ ਕਿ ਇਤਨੇ ਸਕੂਲ ਖੋਲ੍ਹਣੇ, ਉਹਨਾਂ ਵਾਸਤੇ ਹੈੱਡ ਟੀਚਰਸ ਲੱਭਣੇ, ਉਹਨਾਂ ਵਾਸਤੇ ਟੀਚਰ ਸਟਾਫ ਲੱਭਣਾ, ਉਸਨੂੰ ਟ੍ਰੇਨ ਕਰਨਾ, ਉੱਥੇ ਕਰਨਾ, ਹਿਊਜ ਪ੍ਰੋਜੈਕਟ। ਪਰ ਕਰਾਉਣ ਵਾਲੇ ਤੇ ਮਹਾਰਾਜ ਆਪ ਸੀਗੇ। ਸਾਨੂੰ ਸਿਰਫ ਸਿੱਖਿਆ ਦੇ ਰਹੇ ਸੀਗੇ ਕਿ ਤੁਹਾਨੂੰ ਭਰੋਸਾ ਰੱਖਣਾ ਹੈ, ਪਰਮਾਤਮਾ 'ਤੇ ਭਰੋਸਾ ਰੱਖਣਾ ਹੈ। ਦੂਸਰੀ ਟ੍ਰੇਨਿੰਗ ਇਹ ਸੀਗੀ ਕਿ ਜੇ ਤੁਹਾਡਾ ਕੰਮ ਉੱਚਾ ਸੁੱਚਾ ਹੈ ਤੇ ਮਾਇਆ ਪਰਮਾਤਮਾ ਆਪਣੇ ਆਪ ਦੇ ਦੇਗਾ। ਭਾਵਨਾ ਜੇ ਪਿਓਰ ਹੈ ਤੇ ਮਾਇਆ ਦੀ ਤੋਟ ਨਹੀਂ ਹੋਏਗੀ। ਸੋ ਉਸ ਸਾਲ ਅਸੀਂ 40 ਤੇ ਨਹੀਂ ਖੋਲ੍ਹ ਪਾਏ, ਪਰ ਅਸੀਂ 25 ਸਕੂਲ ਉਹ ਪਹਿਲੇ ਸਾਲ ਖੋਲ੍ਹੇ ਜੀ। ਹਰ ਸਕੂਲ ਵਿੱਚ ਸੈਕਿੰਡ ਕਲਾਸ ਤੱਕ ਅਸੀਂ ਕਲਾਸਾਂ ਸ਼ੁਰੂ ਕਰ ਲਈਆਂ। ਸਾਡਾ ਸਿੰਪਲ ਜਿਹਾ ਮਾਡਲ ਸੀ, 5 ਕਮਰੇ ਅਸੀਂ ਬਣਾਉਂਦੇ ਸੀਗੇ ਜੀ, ਤੇ ਤਕਰੀਬਨ ਉਹਨਾਂ 'ਚ 150-200 ਬੱਚਾ ਆ ਜਾਂਦਾ ਸੀਗਾ। ਛੋਟਾ ਜਿਹਾ ਆਫਿਸ ਖੋਲ੍ਹ ਲੈਣਾ, ਇੱਕ ਪੰਪ ਲਗਾ ਦੇਣਾ ਪਾਣੀ ਵਾਸਤੇ, ਇੱਕ ਛੋਟਾ ਜਿਹਾ ਜਨਰੇਟਰ ਰੱਖ ਦੇਣਾ ਤੇ ਸਕੂਲ ਸ਼ੁਰੂ ਹੋ ਜਾਂਦਾ ਸੀ। ਛੋਟੀ ਜਿਹੀ ਉਹ ਕਰਕੇ ਬਾਬ ਡਿਵਾਈਡਰ ਲਗਾ ਕੇ ਜਾਂ ਚਾਰ ਦੀਵਾਰੀ ਬਣਾ ਕੇ ਥੋੜ੍ਹਾ ਜਿਹਾ ਉਸਨੂੰ ਪ੍ਰੋਟੈਕਸ਼ਨ ਦੇ ਦੇਣੀ ਬੱਚਿਆਂ ਨੂੰ। ਸੋ ਇਹ ਸਾਡਾ ਸਿਲਸਿਲਾ ਸ਼ੁਰੂ ਹੁੰਦਾ। ਹਰ ਸਾਲ 4-5 ਕਮਰੇ ਅਸੀਂ ਐਡ ਕਰਦੇ ਚਲੇ ਜਾਂਦੇ ਸੀਗੇ ਜੀ। ਸੋ ਅਗਲੇ ਸਾਲ ਉਸ ਤੋਂ ਬਾਅਦ ਫਿਰ 15 ਸਕੂਲ ਖੁੱਲ੍ਹੇ। ਇਸ ਤਰ੍ਹਾਂ ਹਰ ਸਾਲ 10-12 ਸਕੂਲ ਖੁੱਲ੍ਹਦੇ। ਫਿਰ ਪਹਿਲੇ 20 ਸਾਲਾਂ ਵਿੱਚ 17 ਸਕੂਲ ਖੁੱਲ੍ਹੇ, 86 ਤੋਂ ਲੈ ਕੇ 2007 ਤੱਕ। ਤੇ ਅਗਲੇ ਫਿਰ 15 ਸਾਲਾਂ ਵਿੱਚ ਤਕਰੀਬਨ 100 ਸਕੂਲ, 110 ਸਕੂਲ ਹੋਰ ਨਵੇਂ ਖੁੱਲ੍ਹ ਗਏ ਜੀ। ਫਿਰ ਜਦ ਇਹ ਸਕੂਲ ਖੁੱਲ੍ਹ ਗਏ, ਇਤਨਾ ਸਟ੍ਰੇਨ ਪੈ ਗਿਆ ਤੇ ਮਿਸਮੈਚ ਹੋ ਗਿਆ ਫਾਈਨੈਂਸਿਸ ਦਾ। ਹਾਲਾਂਕਿ ਮਹਾਰਾਜ ਬਹੁਤ ਲੋਕਾਂ ਨੂੰ ਪ੍ਰੇਰਦੇ ਸੀਗੇ। ਬਾਬਾ ਜੀ ਦਾ ਇਹ ਸੀਗਾ ਕਿ ਵੀ ਜਾ ਕੇ ਲੋਕਾਂ ਨੂੰ ਇਹ ਬੇਨਤੀ ਕਰਦੇ ਸੀ ਕਿ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਜੇ ਅਸੀਂ ਗੁਰਸਿੱਖੀ ਜੀਵਨ ਦਾ ਰਾਹ ਲੱਭਣਾ ਹੈ, ਫਾਊਂਡੇਸ਼ਨ ਹੀ ਇਹ ਹੈ ਕਿ ਅਸੀਂ ਮਾਇਆ ਦੀ ਪਕੜ ਤੋਂ ਦੂਰ ਹੋਣਾ ਹੈ। ਸੋ ਜਦ ਵੀ ਕੋਈ ਸੰਤ ਮਹਾਂਪੁਰਸ਼ ਜਾ ਕੇ ਹੱਥ ਅੱਡਦੇ ਹਨ ਤੇ ਦਾਸ ਇਹੀ ਬੇਨਤੀ ਕਰੇਗਾ ਸਾਰਿਆਂ ਨੂੰ ਕਿ ਬਈ ਅਸੀਂ ਇਹ ਸਮਝ ਲਈਏ ਕਿ ਸਾਡੇ 'ਤੇ ਪਰਉਪਕਾਰ ਕਰ ਰਹੇ ਹਨ, ਸਾਨੂੰ ਮੌਕਾ ਦੇ ਰਹੇ ਹਨ ਕਿ ਵੀ ਅਸੀਂ ਆਪਣੀ ਕਮਾਈ ਸਫਲੀ ਕਰ ਲਈਏ। ਥੋੜ੍ਹੀ ਜਿਹੀ ਪਕੜ ਘਟ ਜਾਏਗੀ ਮਾਇਆ ਤੋਂ, ਸਾਨੂੰ ਰਸਤਾ ਮਿਲ ਜਾਏਗਾ ਅਧਿਆਤਮ ਦਾ। ਇਹ ਨੁਸਖਾ ਅਸੀਂ ਸਮਝ ਲਵਾਂਗੇ ਤੇ ਅੱਗੇ ਗੁਰਸਿੱਖੀ ਜੀਵਨ 'ਚ ਵੱਧ ਜਾਵਾਂਗੇ। ਅਦਰਵਾਈਜ਼ ਲਿਪ ਸਰਵਿਸ ਹੈ। ਇਵੈਂਚੁਅਲ ਸਾਡਾ ਟਾਰਗੇਟ ਤੇ ਇਹ ਹੈ ਕਿ ਅਸੀਂ ਹਉਮੈ ਖਤਮ ਕਰਨੀ ਹੈ। ਜਦ ਹਉਮੈ ਖਤਮ ਹੋ ਗਈ ਤੇ ਸਾਨੂੰ ਪਰਮਾਤਮਾ ਮਿਲ ਗਿਆ। ਸੋ ਇਹ ਉਸਦੀ ਪਹਿਲਾ ਕਦਮ ਇਹ ਹੈ ਕਿ ਅਸੀਂ ਮਾਇਆ ਤੋਂ ਪਕੜ ਅਸੀਂ ਆਪਣੀ ਘੱਟ ਕਰਨੀ ਹੈ। ਫਿਰ ਅਸੀਂ ਫਿਰ ਬਾਬਾ ਜੀ ਨੇ ਇੱਕ ਹੋਰ ਬੜਾ ਮੋਮੈਂਟਸ ਡਿਸੀਜ਼ਨ ਲਿਆ ਜੀ ਕਿ ਅਸੀਂ ਪਹਿਲੀ ਵਾਰੀ ਜਦ ਕੰਸਟਰਕਸ਼ਨ ਦੀ ਬਹੁਤ ਕਾਸਟ ਵੱਧ ਗਈ, ਸਾਡਾ ਅਸੀਂ ਫਾਈਨੈਂਸਿਸ ਸਟ੍ਰੇਨ ਬਹੁਤ ਜ਼ਿਆਦਾ ਹੋ ਗਿਆ ਤੇ ਬਾਬਾ ਜੀ ਨੇ ਕਿਹਾ ਜੀ ਕਿ ਅਸੀਂ ਕਰਜ਼ਾ ਲਈਏ। ਸੋ ਅਸੀਂ 2008 ਦੀ ਗੱਲ ਹੈ ਸ਼ਾਇਦ ਜਾਂ 9 ਦੀ ਕਿ ਅਸੀਂ ਪਹਿਲੀ ਵਾਰੀ
अपने ਐਸੈਟਸ ਤੇ ਜੋ ਜ਼ਮੀਨ ਸੀ ਸਕੂਲਾਂ ਦੀ ਜ਼ਮੀਨਾਂ ਸੀਗੀਆਂ ਜ਼ਮੀਨ ਤੇ ਬੜੂ ਸਾਹਿਬ ਦੀ ਜ਼ਮੀਨ ਤੇ ਅਸੀਂ ਉਹ ਰੱਖ ਕੇ ਗਿਰਵੀ ਰੱਖ ਕੇ ਤੇ ਅਸੀਂ ਪੰਜਾਬ ਸਿੰਧ ਬੈਂਕ ਤੋਂ 17 ਕਰੋੜ ਦਾ ਲੋਨ ਲਿਆ ਜੀ। ਸੋ ਉਹ ਫਿਰ 2010 ਜਾਂ 11 ਦੀ ਗੱਲ ਹੈ, ਇੱਥੇ 10 ਦੀ ਗੱਲ ਹੈ ਸ਼ਾਇਦ, ਇੱਥੇ ਸਾਡਾ ਬੱਚਿਆਂ ਦਾ ਐਨੂਅਲ ਡੇ ਸੀ। ਪੰਜਾਬ ਦੇ ਮੁੱਖ ਮੰਤਰੀ ਇੱਥੇ ਆਏ, ਪ੍ਰਕਾਸ਼ ਸਿੰਘ ਬਾਦਲ ਜੀ ਤੇ ਨਾਲ ਸੁਖਬੀਰ ਜੀ ਵੀ ਆਏ ਸੀ ਤੇ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕਰਤੀ ਸਾਰੇ ਪ੍ਰੋਗਰਾਮ ਵਿੱਚ ਕਿ ਵੀ ਤੁਸੀਂ ਬਾਬਾ ਜੀ ਤੁਸੀਂ ਇੱਥੇ ਤੇ ਬੜੀ ਅੱਛੀ ਯੂਨੀਵਰਸਿਟੀ ਬਣਾਈ ਹੋਈ ਹੈ, ਇਹੋ ਜਿਹੀ ਯੂਨੀਵਰਸਿਟੀ ਪੰਜਾਬ ਵਿੱਚ ਵੀ ਬਣਾਓ। ਉਹ ਫਿਰ ਬਾਬਾ ਜੀ ਨੇ ਕਿਹਾ ਵੀ ਠੀਕ ਹੈ, ਸਾਨੂੰ ਤੁਸੀਂ ਜ਼ਮੀਨ ਦੇ ਦਿਓ। ਤਾਂ ਅਸੀਂ ਉਹਨਾਂ ਨੇ ਕਿਹਾ ਠੀਕ ਹੈ, ਜ਼ਮੀਨ ਤੁਸੀਂ ਆ ਕੇ ਦੇਖ ਲਓ, ਜਿੱਥੇ ਹੱਥ ਰੱਖੋਗੇ ਉਹ ਜ਼ਮੀਨ ਤੁਹਾਨੂੰ ਅਸੀਂ ਦੇ ਦੇਵਾਂਗੇ। ਪਰ ਕਹਿਣਾ ਸੌਖਾ ਸੀਗਾ ਜੀ, 100 ਪ੍ਰੋਬਲਮਸ ਹੁੰਦੀਆਂ ਸੀਗੀਆਂ। ਹੋ ਸਕਦਾ ਭਾਵਨਾ ਉਹਨਾਂ ਦੀ ਹੋਏ ਕਿ ਦਈਏ ਜ਼ਮੀਨ ਮਹਾਂਪੁਰਸ਼ਾਂ ਨੂੰ, ਪਰ ਕੋਈ ਨਾ ਕੋਈ ਐਡਮਿਨਿਸਟ੍ਰੇਟਿਵ ਹਰਡਲਸ, ਕੋਈ ਲੀਗਲ ਹਰਡਲਸ, ਕੋਈ ਰੈਵਨਿਊ ਡਿਪਾਰਟਮੈਂਟ ਦੀ ਪ੍ਰੋਬਲਮ, ਉਹ ਹੋ ਨਹੀਂ ਪਾਇਆ ਜੀ। ਫਿਰ ਸੰਤ ਮਿੱਠਾ ਸਿੰਘ ਜੀ ਬੁੰਗਾ ਮਸਤੂਆਣਾ ਵਾਲਿਆਂ ਨੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਮਹਾਰਾਜ ਨੇ ਕਿ ਵੀ ਤੁਹਾਡੇ ਕੋਲ ਜ਼ਮੀਨ ਹੈ, ਤੁਸੀਂ ਇਹ ਦਿਓ ਕਿ 10ਵੇਂ ਪਾਤਸ਼ਾਹ ਦਾ 400 ਸਾਲ ਪੂਰੇ ਹੋ ਗਏ ਹਨ। ਜੋ 10ਵੇਂ ਪਾਤਸ਼ਾਹ ਦਾ ਸੀਗਾ ਬਚਨ ਹੋਇਆ ਸੀਗਾ ਕਿ ਇੱਥੇ ਉੱਚੀ ਕੋਟੀ ਦੀ ਬ੍ਰਹਮ ਵਿਦਿਆ ਦਾ ਕੇਂਦਰ ਬਣਨਾ ਹੈ। ਕਈ ਸਰਕਾਰਾਂ ਲੰਘ ਗਈਆਂ ਹੈਗੀਆਂ, ਮਹਾਰਾਜਾ ਰਣਜੀਤ ਸਿੰਘ ਸਰਕਾਰ ਵੀ ਲੰਘ ਗਈ ਹੈ ਤੇ ਇਹ ਅਜੇ ਤੱਕ ਉਹ ਨਹੀਂ ਬਣਿਆ। ਸੋ ਉਹ ਫਿਰ ਅਸੀਂ ਉਹਨਾਂ ਨੇ ਬੜੀ ਕਿਰਪਾ ਕੀਤੀ, ਉਹ 37 ਏਕੜ ਜ਼ਮੀਨ ਮਿਲੀ ਤੇ ਫਿਰ ਇਹ ਜਦ ਇਹ ਅਸੀਂ ਬਿਲਡਿੰਗ ਬਣਾਉਣੀ ਸੀਗੀ, ਜਦ ਉਹ ਬਿਲਡਿੰਗ ਬਣਾਉਣੀ ਸ਼ੁਰੂ ਹੋਈ ਫਿਰ ਦੁਬਾਰਾ ਬਾਬਾ ਜੀ ਨੇ ਲੋਨ ਲਿਆ ਤੇ ਤਕਰੀਬਨ ਸਾਡਾ ਮੈਕਸਿਮਮ 110 ਕਰੋੜ ਦੇ ਆਸ-ਪਾਸ ਸੰਸਥਾ ਤੇ ਲੋਨ ਖੜਾ ਹੋ ਗਿਆ। 110 ਕਰੋੜ ਜੀ। ਇਹ ਸੋਚਣ ਦੀ ਗੱਲ ਹੈ ਜੀ ਕਿ ਕੀ ਸੋਚ ਸੀ, ਕੀ ਮਿਸ਼ਨ ਸੀ ਮਹਾਂਪੁਰਸ਼ਾਂ ਦਾ, ਕਿ ਉਹਨਾਂ ਦਾ ਆਈਡੀਆ ਇਹ ਸੀਗਾ ਕਿ ਵੀ ਮੈਂ ਆਪਣੇ ਜੀਵਨ ਕਾਲ ਵਿੱਚ ਇਹ ਸਾਰਾ ਕੁਛ ਜੋ ਵਿਜ਼ਨ ਹੈ ਉਹ ਬਣਾ ਜਾਵਾਂ, ਆਪਣੇ ਸੇਵਕਾਂ ਨੂੰ ਮੈਂ ਟ੍ਰੇਨ ਕਰ ਜਾਵਾਂ ਕਿ ਕਿਸ ਤਰ੍ਹਾਂ ਉਹ ਸੋਚ ਰੱਖਣੀ ਹੈ, ਕਿਸ ਤਰ੍ਹਾਂ ਉਸਦੇ ਵਾਸਤੇ ਮਹਾਰਾਜ ਦੇ ਹੁਕਮ ਅਨੁਸਾਰ ਸੰਗਤ ਤੋਂ ਕੰਟਰੀਬਿਊਸ਼ਨ ਲੈਣੀ ਹੈ। ਫਿਰ ਉਸ ਵੇਲੇ ਮੈਨੂੰ ਯਾਦ ਹੈ ਕਿ ਜੋ ਬਾਬਾ ਜੀ ਨੇ ਜਾ ਕੇ ਜਦ ਬੇਨਤੀ ਕੀਤੀ UK ਦੀ ਸੰਗਤ ਨੂੰ ਕਿ ਬਈ ਇਹ ਸੰਤ ਅਤਰ ਸਿੰਘ ਮਹਾਰਾਜ ਜੀ ਦਾ ਮੰਗਤਾ ਇੱਥੇ ਆਇਆ ਹੈ। ਮੈਂ ਉਸ ਵੇਲੇ ਜਦੋਂ ਬਾਬਾ ਜੀ ਪਹਿਲੀ ਵਾਰੀ UK ਗਏ ਨੇ, ਕੁਦਰਤੀ ਮੈਂ ਵੀ ਉਹਨਾਂ ਦਿਨਾਂ 'ਚ ਉੱਥੇ ਸੀ। ਅਸੀਂ ਉਸ ਕਾਫਲੇ ਦੇ ਵਿੱਚ ਹੀ ਜਾਂਦੇ ਸੀ ਜਦੋਂ ਬਾਬਾ ਜੀ ਵੱਖ-ਵੱਖ ਗੁਰਦੁਆਰਾ ਸਾਹਿਬ ਜਾਂਦੇ ਸੀ ਜੀ, ਤੇ ਸੰਗਤਾਂ ਦਾ ਬੜਾ ਇੱਕ ਉਤਸ਼ਾਹ ਸੀ ਉਸ ਵੇਲੇ, ਬਹੁਤ ਉਤਸ਼ਾਹ ਸੀ ਹੋਇਆ ਜੀ। ਹਾਂ, ਉਸ ਸਾਲ ਬੜਾ ਕੰਟਰੀਬਿਊਸ਼ਨ ਹੋਈ ਜੀ। ਬਾਬਾ ਜੀ ਦਾ ਇਹ ਸੀ ਕਿ ਬਈ ਕਿ 10ਵੇਂ ਪਾਤਸ਼ਾਹ ਦੇ ਬਚਨ ਸੀਗੇ ਜੋ ਪ੍ਰਗਟੇ ਹਮਾਰੀ ਕਾਸੀ ਪੜ੍ਹੇ ਜਾਂ ਟੋਰ ਮਤ ਰਾਸੀ, ਇਹ ਬਚਨ ਹੋਏ ਹੈਗੇ ਤੇ ਅਸੀਂ ਉਨ ਬਚਨਾਂ ਨੂੰ ਅਜੇ ਵੀ ਕਿੰਨੀ ਵੱਡੀ ਅਵਗਿਆ ਹੈਗੀ ਸਿੱਖ ਪੰਥ ਦੀ ਕਿ ਅਸੀਂ ਉਸ ਪਾਸੇ ਧਿਆਨ ਹੀ ਨਹੀਂ ਦੇ ਰਹੇ। ਕਿੱਥੇ ਸੋਚ 10ਵੇਂ ਪਾਤਸ਼ਾਹ ਦੀ ਕਿ ਉਹਨਾਂ ਨੇ ਨਿਰਮਲਿਆਂ ਨੂੰ ਭੇਜਤਾ ਪੜ੍ਹਨ ਵਾਸਤੇ ਵਾਰਾਣਸੀ ਕਿ ਬਈ ਜਾ ਕੇ ਤੁਸੀਂ ਭਗਵੇਂ ਕੱਪੜੇ ਪਾ ਲਓ। ਅਸੀਂ ਇਹ ਦੇਖੀਏ ਜੀ ਕਿ ਅਸੀਂ ਕਿਤਨੀ ਮਾਈਕਰੋਸਕੋਪਿਕ ਔਰ ਸਰਕਮਸਕ੍ਰਾਈਬ ਸੋਚ ਲੈ ਕੇ ਰੱਖਦੇ ਹਾਂ। ਮਹਾਰਾਜ ਨੇ ਕਿਹਾ ਸੀ ਵਿਦਿਆ ਲੈਣੀ ਲੈ ਕੇ ਆਓ, ਉੱਥੇ ਜਾ ਜੋ ਕਹਿੰਦੇ ਭਗਵੇਂ ਕੱਪੜੇ ਤੇ ਭਗਵੇਂ ਪਾ ਲਓ ਤੇ ਆ ਕੇ ਉਹ ਗਿਆਨ ਲੈ ਕੇ ਔਰ ਵਰਤਾਓ ਉਸਨੂੰ। ਇਹ ਸੋਚ ਸੀਗੀ ਜੀ। ਸੋ ਉਹ ਫਿਰ ਉਦੋਂ ਜਦ ਇਹ ਲੋਨ ਲਿਆ ਗਿਆ ਫਿਰ ਸਾਡੀ ਜਿਹੜੇ ਸਕੂਲਸ ਦੀ ਡਿਵੈਲਪਮੈਂਟ ਹੈ ਨਾ ਜੀ, ਕਿਉਂਕਿ ਇਹ ਲੋਨ ਆ ਗਿਆ ਪੰਜਾਬ ਸਰਕਾਰ ਦਾ ਇਹ ਸੀਗਾ ਜੋ ਪਾਲਿਸੀ ਯੂਨੀਵਰਸਿਟੀ ਬਣਾਉਣ ਦੀ ਪਾਲਿਸੀ ਸੀ ਉਹ ਸੀ ਕਿ 2 ਲੱਖ ਸਕੁਅਰ ਫੁੱਟ ਤੁਸੀਂ ਬਣਾਉਣੀ ਹੈ ਬਿਲਡਿੰਗ। ਸੋ 2 ਲੱਖ ਸਕੁਅਰ ਫੁੱਟ ਬਿਲਡਿੰਗ ਬਣਨੀ ਸੀ 2 ਸਾਲਾਂ ਵਿੱਚ। ਆਪ ਜੀ ਸਮਝ ਸਕਦੇ ਹੋ ਕਿ ਕਿੰਨਾ ਖਰਚਾ ਉਸੇ ਕੀਤਾ ਕਰਨਾ ਪੈ ਰਿਹਾ ਸਾਨੂੰ। ਅਸੀਂ ਜਾ ਕੇ ਮੇਰੇ ਵੀ ਸੈਕਟਰੀ ਐਜੂਕੇਸ਼ਨ ਨੂੰ ਕਿ ਬਈ ਇਹ ਅਸੀਂ ਹੌਲੇ ਹੌਲੇ ਇਸ ਨੂੰ ਬਣਾਉਂਦੇ ਰਹਾਂਗੇ, ਸਾਨੂੰ ਤੁਸੀਂ ਸਪੈਸ਼ਲ ਪਰਮਿਸ਼ਨ ਦੇ ਦਿਓ। ਉਹ ਭੈਣ ਜੀ ਬੜੇ ਸੁਲਝੇ ਹੋਏ ਸੀ ਅਤੇ ਉਹ ਕਹਿੰਦੇ ਕਿ ਬਈ ਅਸੀਂ ਤੁਹਾਡੀ ਗੱਲ ਸਮਝਦੇ ਹਾਂ, ਪਰ ਜੇ ਤੁਸੀਂ ਕਹੋ ਕਿ ਅਸੀਂ ਪਾਲਿਸੀ ਚੇਂਜ ਕਰੀਏ ਅਤੇ ਪਾਲਿਸੀ ਚੇਂਜ ਕਰਨ 'ਚ ਬਹੁਤ ਟਾਈਮ ਲੱਗਦਾ ਹੈ, ਤੁਹਾਡਾ ਇਹ ਪ੍ਰੋਜੈਕਟ ਫਿਰ ਡਿਲੇ ਹੋ ਜਾਏਗਾ। ਅਤੇ ਮੈਂ ਤੁਹਾਨੂੰ ਐਡਵਾਈਜ਼ ਇਹੀ ਕਰਾਂਗੀ ਕਿ ਤੁਸੀਂ ਇਸ ਨੂੰ ਕੈਰੀ ਔਨ ਕਰੋ। ਸੋ ਅਸੀਂ ਫਿਰ ਉਸ 'ਤੇ ਯਾਦ ਆ ਉਦੋਂ ਅਸੀਂ ਉੱਥੇ ਇੰਟਰਵਿਊ ਵੀ ਕੀਤੀ ਸੀ ਤੁਹਾਡੇ ਨਾਲ ਜੀ, ਜਦੋਂ ਯੂਨੀਵਰਸਿਟੀ ਅਜੇ ਸਟਾਰਟਿੰਗ ਈਅਰ ਸੀਗਾ ਮੇਰੇ ਖਿਆਲ ਬਿਲਡਿੰਗ ਉਹ ਸਾਰੀ
ਗੋਲ ਬਿਲਡਿੰਗ ਜਿਹੜੀ ਤਿਆਰ ਹੋਈ ਸੀ। ਸੋ ਦੇਖੋ ਕਿੰਨਾ ਵੱਡਾ ਇੱਕ ਮਿਸ਼ਨ ਹੈ। ਗੱਲ ਕਰ ਲੈਣੀ ਬਹੁਤ ਸੌਖੀ ਹੁੰਦੀ ਸੰਗਤ ਜੀ, ਬੜਾ ਈਜ਼ੀ ਹੁੰਦਾ ਕਿਸੇ ਦੇ ਉੱਤੇ ਕੋਈ ਕੁਐਸਚਨ ਮਾਰਕ ਖੜਾ ਕਰਨਾ, ਪਰ ਇਹ ਸਾਰਾ ਕੁਝ ਕਰਨਾ ਇਹ ਕਿੰਨਾ ਵੱਡਾ ਕਾਰਜ ਹੈ, ਕਿੰਨੀਆਂ ਇਨਪੁਟਸ ਤੇ ਕਿੰਨੀ ਵੱਡੀ ਡੈਡੀਕੇਸ਼ਨ। ਕੱਲ ਆਪ ਜੀ ਨੇ ਹੀ ਉਸ ਦਿਨ ਸਟੇਜ ਤੇ ਗੱਲ ਕੀਤੀ ਸੀ ਕਿ ਜਦੋਂ ਡਾਇਰੈਕਟਰ ਦੀ ਪੋਸਟ ਤੋਂ 35 ਸਾਲ ਦੀ ਸਰਵਿਸ ਤੋਂ ਬਾਅਦ ਬਾਬਾ ਜੀ ਦੀ ਰਿਟਾਇਰਮੈਂਟ ਹੁੰਦੀ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂ ਉਹਨਾਂ ਦੇ ਕੋਲ ਕੈਸ਼ ਜਿਹੜਾ 2200 ਰੁਪਈਆ ਸੀ। ਸੋ ਇੱਕ ਡਾਇਰੈਕਟਰ ਲੈਵਲ ਦਾ ਆਫਿਸਰ ਰਿਟਾਇਰ ਹੋਏ ਆਪਣੀ ਜੌਬ ਤੋਂ, ਸਟੇਟ ਲੈਵਲ ਦਾ ਆਫਿਸਰ, ਤੇ ਫਿਰ ਬਾਅਦ 'ਚ ਵੀ ਸਾਰੀ ਉਮਰ ਉਹਨਾਂ ਨੇ ਜੋ ਕੁਛ ਵੀ ਸੀ ਸਭ ਇਹਨੂੰ ਸਮਰਪਿਤ, ਤੇ ਖੁਦ ਇਸ ਵੇਲੇ ਡਾਕਟਰ ਸਾਹਿਬ ਸਾਡੇ ਸਾਹਮਣੇ ਬੈਠੇ ਨੇ। ਸੋ ਮੈਂ ਸਮਝਦਾ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡੇ ਕੌਮ ਦੇ ਕੋਲ ਐਸੇ ਹੀਰੇ ਮੌਜੂਦ ਨੇ। ਬਾਬਾ ਜੀ ਨੇ ਜੋ ਕੀਤਾ, ਮੇਰੀ ਖੁਦ ਦੀ ਸੋਚ, ਚਾਹੇ ਮੈਨੂੰ 10-12 ਸਾਲ ਹੋ ਗਏ ਨੇ ਰੋਜ਼ਾਨਾ ਪ੍ਰੋਗਰਾਮ ਕਰਦਿਆਂ, ਪਰ ਇਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਅਬਜ਼ੌਰਬ ਕਰਕੇ ਉਸ ਚੀਜ਼ ਨੂੰ ਦੇਖੋ 110 ਕਰੋੜ ਦਾ ਕਰਜ਼ਾ ਲੈਣਾ ਇਹ ਕਿੱਡਾ ਵੱਡਾ ਇੱਕ ਬੋਲਡ ਸਟੈਪ ਆਪਾਂ ਨੂੰ ਕਹਿ ਸਕਦੇ ਹਾਂ ਜੀ। ਕਿੱਥੋਂ ਤੱਕ ਇਹ ਇਮੇਜਿਨੇਬਲ ਨਹੀਂ ਹੈ ਜੀ, ਨਹੀਂ, ਇਹ ਇਮੇਜਿਨੇਸ਼ਨ ਤੋਂ ਬਾਹਰ ਹੈਗਾ ਜੀ। ਸਾਨੂੰ ਬੜਾ ਕਲੀਅਰਲੀ ਯਾਦ ਹੈ ਕਿ ਜਿਸ ਵੇਲੇ ਸਾਨੂੰ ਲੈਟਰ ਆਫ ਇੰਟੈਂਟ ਇਸ਼ੂ ਹੋਇਆ ਨਾ ਜੀ, ਤੇ ਦਾਸ ਨੂੰ ਜਾ ਕੇ ਦਿਖਾਇਆ, ਦਾਸ ਨੇ ਜਾ ਕੇ ਦਿਖਾਇਆ ਬਾਬਾ ਜੀ, ਮੈਂ ਕਿਹਾ ਜੀ ਲੈਟਰ ਆ ਗਿਆ ਹੈ ਗਵਰਨਮੈਂਟ ਪੰਜਾਬ ਦਾ, ਤੇ 1 ਕਰੋੜ ਰੁਪਇਆ ਜਮ੍ਹਾਂ ਕਰਨ ਨੂੰ ਕਿਹਾ ਹੈ, ਤੇ ਉਸ ਤੋਂ ਬਾਅਦ ਫਿਰ ਸਾਨੂੰ ਉਹ ਪਰਮਿਸ਼ਨ ਦੇਣਗੇ। ਤੇ ਪਹਿਲਾਂ ਹੀ ਬਹੁਤ ਫਾਈਨੈਂਸ਼ੀਅਲ ਸਟ੍ਰੇਨ ਚੱਲ ਰਿਹਾ ਸੀ, ਕਦੀ 17 ਕਰੋੜ ਦਾ ਅਸੀਂ ਲੋਨ ਲਿਆ ਹੋਇਆ ਸੀ ਸਕੂਲਾਂ ਨੂੰ ਬਣਾਉਣ ਵਾਸਤੇ, ਤੇ ਪੈਸੇ ਸੀਗੇ ਨਹੀਂ। ਤੇ ਇੱਕ ਉਸ ਸਮੇਂ ਮੇਰੇ ਵਾਸਤੇ ਸੋਚਣਾ ਵੀ ਔਖਾ ਸੀਗਾ ਕਿ 1 ਕਰੋੜ ਰੁਪਇਆ ਕਿਵੇਂ ਜਮ੍ਹਾਂ ਕਰਾਵਾਂਗੇ ਪੰਜਾਬ ਗੌਰਮੈਂਟ ਨੂੰ। ਤੇ ਬਾਬਾ ਜੀ ਸੁਣਦੇ ਰਹੇ। ਬਾਬਾ ਜੀ ਕਿਸੇ ਚੀਜ਼ ਤੋਂ, ਇੱਕ ਦਾਸ ਨੇ ਨੋਟ ਕੀਤਾ ਜੀ, ਕੁਛ ਵੀ ਗੱਲ ਹੋ ਜਾਏ ਬਾਬਾ ਜੀ ਕਦੀ ਵੀ ਪਰਟਰਬ ਨਹੀਂ ਹੁੰਦੇ ਸੀ, ਪਰੇਸ਼ਾਨ ਨਹੀਂ ਹੁੰਦੇ ਸੀਗੇ ਜੀ। ਉਸਨੇ ਲੈ ਲੈਣਾ, ਸੁਣ ਲਈ ਗੱਲ ਮੇਰੀ, ਤੇ ਮੈਂ ਬੋਲ ਕੇ ਵਾਪਸ ਆ ਗਿਆ। ਮਨ 'ਚ ਮੇਰੇ ਇਹ ਦੁਬਿਧਾ ਚੱਲ ਰਹੀ ਸੀ ਕਿ ਵੀ ਪੈਸੇ ਹੁਣ ਕਿੱਥੋਂ ਆਉਣਗੇ ਜਮ੍ਹਾਂ ਕਰਾਉਣੇ 1 ਕਰੋੜ ਰੁਪਏ। ਤੇ ਪਿੱਛੋਂ ਫਿਰ ਬਾਬਾ ਜੀ ਨੇ ਚਰਨਜੀਤ ਭੈਣ ਜੀ ਨੂੰ ਭੇਜਤਾ। ਮੈਂ ਇੱਥੇ ਦਫ਼ਤਰ ਆਇਆ ਹੀ ਸੀਗਾ, ਤੇ ਪਿੱਛੋਂ ਉਹ ਆ ਕੇ ਕਹਿੰਦੇ ਬਾਬਾ ਜੀ ਨੇ ਕਿਹਾ ਜਾ ਕੇ ਦਵਿੰਦਰ ਸਿੰਘ ਨੂੰ ਕਹਿ ਕੇ ਘਬਰਾਏ ਨਹੀਂ, ਗੁਰੂ ਦੇਗਾ। ਸੋ ਇਸ ਤਰ੍ਹਾਂ ਉਹਨਾਂ ਦੀ ਵਿਸ਼ਾਲ ਸੋਚ ਸੀਗੀ ਜੀ ਕਿ ਬਈ, ਔਰ ਭਰੋਸਾ ਸੀਗਾ ਮਹਾਰਾਜ ਤੇ ਜੀ। ਇਹ ਅਸੀਂ ਸਾਰਿਆਂ ਨੇ ਸਿੱਖਿਆ ਲਈ, ਕਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ, ਸੇਵਾਦਾਰਾਂ ਨੂੰ ਉਹਨਾਂ ਨੇ ਇੱਕ ਸਟੈਪ ਤੇ ਪ੍ਰੈਕਟੀਕਲੀ ਕਰਵਾ ਕੇ ਘੜਿਆ, ਸਿਖਾਇਆ ਕਿ ਵੀ ਕਿਸ ਤਰ੍ਹਾਂ ਅਸੀਂ ਭਰੋਸਾ ਰੱਖਣਾ ਔਰ ਕਿਸ ਤਰ੍ਹਾਂ ਸੰਸਥਾ ਨੂੰ ਅੱਗੇ ਚਲਾਉਣਾ ਹੈ, ਅੱਗੇ ਜੋ ਵਿਜ਼ਨ ਹੈ ਉਹ ਅੱਗੇ ਲੈ ਕੇ ਜਾਣੀ ਹੈ ਜੀ। ਬਿਲਕੁਲ, ਮੈਂ ਸਮਝਦਾ ਕਿ ਬਹੁਤ ਵੱਡਾ ਵਿਸਥਾਰ ਜਿਹੜਾ, ਬਹੁਤ ਵੱਡੇ ਕਾਰਜ ਜਿਹੜੇ ਹੋ ਗਏ ਨੇ, ਇਸ ਤੋਂ ਵੀ ਬਹੁਤ ਵੱਡੇ ਨੇ ਜਿਹੜੇ ਮੈਂ ਸਮਝਦਾ ਹੋਣਗੇ ਆਉਣ ਵਾਲੇ ਸਮੇਂ 'ਚ। ਮੈਨੂੰ ਲੱਗਦਾ ਕਿ ਇਸ ਵੇਲੇ ਤੁਸੀਂ ਦੇਸ਼ਾਂ ਜਿੱਥੇ ਵੀ ਬੈਠੇ ਆਪਣੇ ਘਰਾਂ ਦੇ ਵਿੱਚ, ਜੋਬਸ ਜਾਂ ਜਿੱਥੇ ਵੀ ਬਿਜ਼ਨਸ ਪੁਆਇੰਟਸ ਦੇ ਉੱਤੇ ਸੁਣਦੇ ਪਏ ਹੋ, ਤੇ ਜਿਨ੍ਹਾਂ ਨੇ ਬਾਬਾ ਇਕਬਾਲ ਸਿੰਘ ਜੀ ਦੀ ਸੰਗਤ ਕੀਤੀ ਜਾਂ ਉਹਨਾਂ ਦੇ ਦਰਸ਼ਨ ਕੀਤੇ, ਜ਼ਰੂਰ ਇੱਕ ਗੱਲ ਮਹਿਸੂਸ ਕਰ ਰਹੇ ਹੋਵੋਗੇ ਕਿ ਅਸੀਂ ਐਡੀ ਵੱਡੀ ਹਸਤੀ ਦੇ ਨਾਲ ਅਸੀਂ ਵਿਚਰੇ, ਜਾਂ ਅਸੀਂ ਉਹਨਾਂ ਦਾ ਪਿਆਰ ਮਾਣਿਆ, ਜਾਂ ਅਸੀਂ ਉਹਨਾਂ, ਕਿਉਂਕਿ ਜੋ ਕੁਝ ਵੀ ਕੀਤਾ ਉਹ ਸਾਰਾ ਕੁਝ ਗੁਰੂ ਘਰ ਦੇ ਪਰਥਾਏ, ਸਾਰਾ ਜੋ ਵੀ। ਤੇ ਅਜੇ ਹੋਰ ਬਹੁਤ ਕੁਝ ਡਾਕਟਰ ਸਾਹਿਬ ਕੋਲੋਂ ਸੁਣਨ ਵਾਲਾ ਬਾਕੀ ਹੈ, ਪਰ ਐਪੀਸੋਡ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ। ਸੋ ਐਡਾ ਵੱਡਾ ਵਿਜ਼ਨ, ਐਡੀ ਵੱਡੀ ਸੈਲਫਲੈਸ ਸਰਵਿਸ, ਤੇ ਸਾਰਾ ਕੁਝ ਮਾਣ ਹੁੰਦੇ ਰਹੇ ਨੇ, ਮਾਣਾ ਤਾਣ ਹੁੰਦੇ ਰਹੇ ਨੇ ਤਾਣਾ। ਸੋ ਐਸੇ ਮਹਾਂਪੁਰਖਾਂ ਦੇ ਪਰਥਾਏ ਆਪਾਂ ਵਿਚਾਰਾਂ ਕਰਦੇ ਪਏ। ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਬੜੇ ਕੀਮਤੀ ਸਮਾਂ, ਸਾਨੂੰ ਪਤਾ ਤੁਹਾਡੇ ਬਹੁਤ ਸਾਰੇ ਰੁਝੇਵੇਂ ਸੀ, ਤੁਸੀਂ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਪਰ ਮੈਨੂੰ ਲੱਗਦਾ ਕਿ ਅਜੇ ਸਾਡਾ ਵੀ ਢਿੱਡ ਨਹੀਂ ਭਰਿਆ, ਤੇ ਅਜੇ ਤੁਹਾਡੇ ਕੋਲ ਹੀ ਬਹੁਤ ਕੁਝ ਦੱਸਣ। ਆਉਣ ਵਾਲੇ ਸਮੇਂ 'ਚ ਅਸੀਂ ਜ਼ਰੂਰ ਤੁਹਾਡਾ ਹੋਰ ਸਮਾਂ ਲਵਾਂਗੇ। ਸੋ ਹੁਣ ਇੱਥੇ ਆ ਕੇ ਲੈਣੇ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।